बच्चों, अज आपां कहानी करते हैं मुर्गियां। 9वीं जमात विशा पंजाबी। कहानीकार नौरंग सिंह। ये छोटे प्रश्न उत्तर ते वस्तुनिष्ठ जिहड़े प्रश्न उत्तर ने वो करांगे। पहला आपां सार करते हैं मुर्गियां कहानी दा। ये कहानीकार दा नाम नौरंग सिंह है। करीमू ते रहीमू दोवें भरावां दी उमर 16 ते 14 साल दी सी ਜਦੋਂ ਉਹਨਾਂ ਦਾ ਐਸ਼ੀ ਪਿਤਾ ਜੂਏ ਵਿੱਚ ਘਰ ਦੇ ਸਾਰੇ ਪਸ਼ੂ ਡੰਗਰ ਅਤੇ ਜ਼ਮੀਨ ਹਾਰ ਕੇ ਮਰ ਚੁੱਕਾ ਸੀ। ਉਹਨਾਂ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਪੀਹਣ ਦਲਣ ਕਰਕੇ ਖਾਣਾ ਜੋਗੇ ਜਿਹੜੇ ਪੈਸੇ ਇਕੱਠੇ ਕਰ ਲਿਆਉਂਦੀ। ਇਸ ਨਾਲ ਹੀ ਉਸਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਕਰੀਮੂ ਤੇ ਰਹੀਮੂ ਘਰ ਦੇ ਕੰਮਾਂ ਤੋਂ ਬੇਪਰਵਾਹ ਹਨ। ਉਹਨਾਂ ਦਾ ਸਾਰਾ ਦਿਨ ਅਖਰੋਟ ਕੌਡੀਆਂ ਖੇਡਦੇ ਹੋਏ ਲੰਘ ਜਾਂਦਾ। ਨੰਗੇ ਪੈਰੀ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਰਹਿੰਦੇ, ਹੱਟੀਆਂ ਉੱਤੇ ਜਾ ਬੈਠਦੇ ਜਾਂ ਗੁਲੇਲਾਂ ਚੁੱਕ ਕੇ ਬਾਹਰ ਸ਼ਿਕਾਰ ਕਰਨ ਚਲੇ ਜਾਂਦੇ। ਪਿੰਡ ਦੇ ਲੋਕ ਉਹਨਾਂ ਨੂੰ ਗਵਾਰ ਅਤੇ ਚੋਰ ਸਮਝਦੇ ਸਨ। ਉਹ ਬੀਤ ਚੁੱਕੇ ਸਮੇਂ ਨੂੰ ਯਾਦ ਕਰਦੇ ਹਨ ਕਿ ਜਦੋਂ ਉਹਨਾਂ ਦਾ ਪਿਓ ਜਿਉਂਦਾ ਸੀ ਉਹਨਾਂ ਕੋਲ ਬੈੜਕੀ 2 ਝੋਟੀਆਂ ਅਤੇ ਜ਼ਮੀਨ ਸੀ ਅਤੇ ਉਹ ਕੰਮ ਵੀ ਕਰਦੇ ਸਨ, ਪਰ ਉਹਨਾਂ ਨੂੰ ਇਸ ਸਭ ਕੁਝ ਦੇ ਖੁਸਣ ਦਾ ਕੋਈ ਦੁੱਖ ਨਹੀਂ, ਸਗੋਂ ਉਹ ਉਸ ਨੂੰ ਟਾਂਟਾ ਮੁੱਕਿਆ ਹੀ ਸਮਝਦੇ ਸਨ। ਉਹਨਾਂ ਦੀ ਮਾਂ ਨੂੰ ਬਿਮਾਰ ਪਿਆ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ। ਉਹ ਬਿਮਾਰੀ ਦੀ ਤਕਲੀਫ ਕਾਰਨ ਹਾਏ ਹਾਏ ਕਰਦੀ ਰਹਿੰਦੀ, ਪਰ ਪੈਸਿਆਂ ਦੀ ਤੰਗੀ ਕਾਰਨ ਉਹ ਕਿਸੇ ਹਕੀਮ ਡਾਕਟਰ ਨੂੰ ਨਹੀਂ ਬੁਲਾ ਸਕਦੀ। ਕਰੀਮੂ ਤੇ ਰਹੀਮੂ ਕੋਲ ਮਾਂ ਲਈ ਸਰਕਾਰੀ ਹਸਪਤਾਲ ਤੋਂ ਮੁਫਤ ਦਵਾਈਆਂ ਲਿਆ ਕੇ ਦੇਣ ਦਾ ਵੀ ਵਕਤ ਨਹੀਂ। ਉਹਨਾਂ ਕੋਲ ਤਾਂ ਮਾਂ ਨੂੰ ਪਾਣੀ ਦੀ ਘੁੱਟ ਦੇਣ ਦੀ ਵੇਲ ਹੀ ਨਹੀਂ। ਮਾਂ ਦੇ ਕਾਫੀ ਸਮੇਂ ਤੋਂ ਬਿਮਾਰ ਪੈਣ ਕਰਕੇ ਘਰ ਵਿੱਚ ਖਾਣ ਲਈ ਕੁਝ ਵੀ ਨਹੀਂ ਸੀ। ਇੱਕ ਰਾਤ ਮਾਂ ਨੇ ਕਰੀਮੂ ਤੇ ਰਹੀਮੂ ਕੋਲ ਬੁਲਾ ਕੇ ਉਹਨਾਂ ਦੇ ਪਿਓ ਬਾਰੇ ਜਿਹੜੀਆਂ ਗੱਲਾਂ ਕਰਦਿਆਂ ਦੱਸਿਆ ਕਿ ਉਸਨੂੰ ਇਹ ਮੁਰਗੀਆਂ ਵਿਆਹ ਵੇਲੇ ਬਣਵਾ ਕੇ ਦਿੱਤੀਆਂ ਸਨ, ਜੋ ਕਿ ਉਹਨਾਂ ਦੇ ਕੰਨਾਂ ਵਿੱਚ ਪਈਆਂ ਹੋਈਆਂ ਹਨ। ਉਹਨਾਂ ਨੇ ਅੰਮਾ ਨੇ ਸਭ ਕੁਝ ਵਿਕਣ ਤੋਂ ਬਾਅਦ ਔਖੇ ਸਮੇਂ ਵਿੱਚ ਇਹ ਮੁਰਗੀਆਂ ਜਿਹੜੀਆਂ ਸੀ ਉਹ ਨਹੀਂ ਵੇਚੀਆਂ, ਕਿਉਂਕਿ ਉਹ ਹਮੇਸ਼ਾ ਉਸਦੇ ਕੰਨਾਂ ਵਿੱਚ ਪਈਆਂ ਮੁਰਗੀਆਂ ਵੇਖਣਾ ਚਾਹੁੰਦਾ ਸੀ। ਇਸ ਕਰਕੇ ਉਹ ਆਪਣੇ ਪੁੱਤਰਾਂ ਨੂੰ ਕਹਿੰਦੇ ਹੈ ਕਿ ਉਹ ਵੀ ਉਹਨਾਂ ਦੇ ਮਾਰਨ ਮਗਰੋਂ ਮੁਰਗੀਆਂ ਉਸਦੇ ਨਾਲ ਹੀ ਦਵਾ ਦੇਣ। ਜਦੋਂ ਕੁਝ ਦਿਨ ਬਾਅਦ ਕਰੀਮੂ ਤੇ ਰਹੀਮੂ ਦੀ ਮਾਂ ਮਰ ਗਈ ਤਾਂ ਦੋਵੇਂ ਭਰਾ ਆਪਣੀ ਮਾਂ ਨੂੰ ਮੁਰਗੀਆਂ ਸਮੇਤ ਕਬਰ ਵਿੱਚ ਦਬਾ ਦਿੰਦੇ ਨੇ। ਉਹ ਦੋਵੇਂ ਭਰਾ ਘਰ ਵਿੱਚ ਭੁੱਖ ਨਾਲ ਬੇਹਾਲ ਹੋਏ ਬੈਠੇ ਹਨ। ਪਿੰਡ ਵਿੱਚੋਂ ਕੋਈ ਵੀ ਦੁੱਖ ਵੰਡਾਉਣ ਉਹਨਾਂ ਕੋਲ ਨਾ ਆਇਆ। ਰਾਤ ਨੂੰ ਜਦੋਂ ਰਹੀਮੂ ਨੇ ਕਰੀਮੂ ਨੂੰ ਭੁੱਖ ਲੱਗੀ, ਉਹਨਾਂ ਨੂੰ ਹੋਣ ਬਾਰੇ ਦੱਸਿਆ ਕਿ ਅਖਰੋਟ ਭੰਨ ਕੇ ਖਾਣ ਲਈ ਪੁੱਛਿਆ, ਤਾਂ ਉਸਨੇ ਉਸਨੂੰ ਅਖਰੋਟ ਭੰਨ ਕੇ ਖਾਣ ਤੋਂ ਰੋਕਿਆ, ਕਿਉਂਕਿ ਉਹਨਾਂ ਕੋਲ ਖੇਡਣ ਲਈ ਕੁਝ ਵੀ ਨਹੀਂ ਸੀ ਬਚਦਾ। ਜਦੋਂ ਭਰਾ ਭੁੱਖ ਅੱਗੇ ਬੇਵੱਸ ਹੋ ਕੇ ਮਾਂ ਦੀ ਕਬਰ ਪੁੱਟ ਕੇ ਉਸਦੀਆਂ ਮੁਰਗੀਆਂ ਕੱਢਣ ਲਈ ਤਿਆਰ ਹੋ ਗਏ ਤਾਂ ਜਦੋਂ ਉਹ ਕਬਰ ਪੁੱਟਣ ਲੱਗਦੇ ਹਨ ਤਾਂ ਉਹਨਾਂ ਦੇ ਅੰਦਰੋਂ ਇਨਸਾਨੀਅਤ ਦੀ ਆਵਾਜ਼ ਵਿੱਚ ਮਾਂ ਦੇ ਮੁਰਗੀਆਂ ਬਾਰੇ ਕਹੇ ਸ਼ਬਦ ਸੁਣਾਈ ਦਿੰਦੇ ਹਨ। ਉਹਨਾਂ ਦੇ ਕਬਰ ਪੁੱਟਣ ਵਾਲੇ ਸੰਦ ਹੱਥਾਂ ਵਿੱਚੋਂ ਡਿੱਗ ਪੈਂਦੇ ਹਨ ਅਤੇ ਉਹ ਚੁੱਪਚਾਪ ਹੰਝੂ ਭਰੀਆਂ ਅੱਖਾਂ ਨਾਲ ਘਰ ਮੁੜ ਆਉਂਦੇ ਹਨ। ਹੁਣ ਆਪਾਂ ਕਰਦੇ ਹਾਂ ਬੇਟਾ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਕਰੀਮੂ ਅਤੇ ਰਹੀਮੂ ਆਪਣੀ ਮਾਂ ਬਿਮਾਰ ਪਈ ਮਾਂ ਦੀ ਪਰਵਾਹ ਕਿਉਂ ਨਹੀਂ ਸਨ ਕਰਦੇ? ਕਰੀਮੂ ਤੇ ਰਹੀਮੂ ਸਾਰਾ ਦਿਨ ਅਖਰੋਟ ਤੇ ਕੌਡੀਆਂ ਨਾਲ ਖੇਡਦੇ, ਗੁਲੇਲਾਂ ਫੜ ਕੇ ਸ਼ਿਕਾਰ ਕਰਦੇ ਜਾਂ ਗਲੀਆਂ ਵਿੱਚ ਵਿਹਲੇ ਲੜਾਈ ਝਗੜਾ ਕਰਦੇ ਫਿਰਦੇ ਰਹਿੰਦੇ। ਉਹ ਬੁਰੀ ਤਰ੍ਹਾਂ ਨੈਤਿਕ ਗਿਰਾਵਟ ਦੇ ਸ਼ਿਕਾਰ ਹੋ ਚੁੱਕੇ ਸਨ। ਇਸ ਕਰਕੇ ਹੀ ਉਹ ਆਪਣੀ ਬਿਮਾਰ ਪਈ ਮਾਂ ਦੀ ਪਰਵਾਹ ਨਹੀਂ ਕਰਦੇ ਸਨ। ਆਥਣ ਸਮੇਂ ਘਰਾਂ ਵਿੱਚ ਨੂੰ ਮੁੜਦੇ ਬਾਗੀਆਂ ਨੂੰ ਵੇਖ ਕੇ ਕਰੀਮੂ ਤੇ ਰਹੀਮੂ ਕੀ ਸੋਚਦੇ ਸਨ? ਆਥਣ ਸਮੇਂ ਘਰਾਂ ਨੂੰ ਮੁੜਦੇ ਬਾਗੀਆਂ ਨੂੰ ਵੇਖ ਕੇ ਕਰੀਮੂ ਤੇ ਰਹੀਮੂ ਉਸ ਸਮੇਂ ਬਾਰੇ ਸੋਚਦੇ ਜਦੋਂ ਉਹਨਾਂ ਦਾ ਪਿਓ ਜਿਉਂਦਾ ਹੁੰਦਾ ਸੀ ਕਿ ਉਹਨਾਂ ਦੇ ਘਰ ਬੈੜਕੀ ਤੇ 2 ਝੋਟੀਆਂ ਸਨ। ਉਹ ਤਿੰਨਾਂ ਨੂੰ ਚਾਰਦੇ ਹੁੰਦੇ ਸਨ ਅਤੇ ਬਾਗੀਆਂ ਵਾਂਗ ਹੀ ਹੋਕਾ ਲਾਉਂਦੇ ਘਰ ਮੁੜਦੇ ਹੁੰਦੇ ਸੀ। ਕਰੀਮੂ ਤੇ ਰਹੀਮੂ ਆਪਣੀ ਭੌਂ ਤੇ ਡੰਗਰ ਵੱਛਾ ਖੁੱਸਣ 'ਤੇ ਆਪਣੇ ਆਪ ਨੂੰ ਕਿਵੇਂ ਧਰਵਾਸ ਦਿੰਦੇ ਸਨ।
ਕਰੀਮੂ ਤੇ ਰਹੀਮੂ ਆਪਣੇ ਡੰਗਰ ਵੱਛਾ ਖੁੱਸਣ 'ਤੇ ਇੰਨੀ ਨੈਤਿਕ ਗਿਰਾਵਟ ਦਾ ਸ਼ਿਕਾਰ ਹੋ ਚੁੱਕੇ ਸਨ ਕਿ ਉਹ ਅੰਦਰੋਂ ਦੁਖੀ ਸਨ, ਪਰੰਤੂ ਆਪਣੇ ਆਪ ਨੂੰ ਹੌਸਲਾ ਦੇ ਕੇ ਸਾਰ ਦਿੰਦੇ ਸਨ ਕਿ ਚਲੋ ਚੰਗਾ ਹੋਇਆ, ਟਾਂਟਾ ਗਲੋਂ ਲੱਥ ਗਿਆ। ਅਗਲਾ ਪ੍ਰਸ਼ਨ ਚੌਥਾ, ਕਰੀਮੂ ਤੇ ਰਹੀਮੂ ਬਾਰੇ ਪਿੰਡ ਦੇ ਲੋਕਾਂ ਦੀ ਕੀ ਰਾਏ ਸੀ? ਉੱਤਰ ਇਹਦਾ, ਪਿੰਡ ਦੇ ਲੋਕ ਕਰੀਮੂ ਤੇ ਰਹੀਮੂ ਤੋਂ ਦੂਰ ਰਹਿੰਦੇ ਸਨ। ਪਿੰਡ ਦਾ ਕੋਈ ਵੀ ਮੁੰਡਾ ਉਹਨਾਂ ਦੇ ਨਾਲ ਨਹੀਂ ਸੀ ਖੇਡਦਾ। ਲੋਕ ਉਹਨਾਂ ਬਾਰੇ ਕਈ ਗੱਲਾਂ ਕਰਦੇ ਸਨ, ਕਈ ਤਰ੍ਹਾਂ ਦੀਆਂ ਉਹ ਗਵਾਰ ਤੇ ਚੋਰ ਸਮਝਦੇ ਸਨ। ਪਿੰਡ ਵਿੱਚ ਕਿਸੇ ਦੇ ਕੋਈ ਚੋਰੀ ਹੋ ਜਾਂਦੀ, ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁਗੀ ਜਾਂਦੀ ਤਾਂ ਲੋਕਾਂ ਦਾ ਪਹਿਲਾ ਸ਼ੱਕ ਕਰੀਮੂ ਤੇ ਰਹੀਮੂ ਉੱਤੇ ਹੀ ਹੁੰਦਾ, ਭਾਵੇਂ ਤਲਾਸ਼ੀ ਲੈਣ 'ਤੇ ਕਦੇ ਉਹਨਾਂ ਨੂੰ ਕੁਝ ਵੀ ਨਹੀਂ ਸੀ ਮਿਲਿਆ। ਪ੍ਰਸ਼ਨ ਨੰਬਰ 5, ਮਾਂ ਨੂੰ ਆਪਣੀਆਂ ਮੁਰਕੀਆਂ ਬਾਰੇ ਪੁੱਤਰਾਂ 'ਤੇ ਸ਼ੱਕ ਸੀ? ਮਰਨ ਕੰਢੇ ਪਈ ਕਰੀਮੂ ਤੇ ਰਹੀਮੂ ਦੀ ਮਾਂ ਨੂੰ ਸ਼ੱਕ ਸੀ ਕਿ ਵਿਹਲੇ ਰਹਿਣ ਕਰਕੇ ਉਸਦੇ ਜਿਹੜੇ ਪੁੱਤਰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਹਨਾਂ ਦੇ ਮਰਨ ਮਗਰੋਂ ਉਸ ਦੇ ਕੰਨਾਂ ਦੀਆਂ ਮੁਰਕੀਆਂ ਵੀ ਲਾ ਲੈਣਗੇ, ਫਿਰ ਉਹਨਾਂ ਨੂੰ ਵੇਚ ਦੇਣਗੇ। ਇਸ ਕਰਕੇ ਹੀ ਉਸਨੇ ਆਪਣੇ ਪੁੱਤਰਾਂ ਨੂੰ ਮੁਰਕੀਆਂ ਨਾਲ ਆਪਣਾ ਅਤੇ ਉਹਨਾਂ ਦੇ ਅੱਬਾ ਦਾ ਮੋਹ ਭਰਿਆ ਜਿਹੜਾ ਸੰਬੰਧ ਦੱਸ ਕੇ ਮੁਰਕੀਆਂ ਕਬਰ ਵਿੱਚ ਦਵਾ ਦੇਣ ਲਈ ਕਿਹਾ। ਪ੍ਰਸ਼ਨ ਨੰਬਰ 6, ਕਰੀਮੂ ਤੇ ਰਹੀਮੂ ਦੀ ਮਾਂ ਨੂੰ ਆਪਣੀਆਂ ਮੁਰਕੀਆਂ ਨਾਲ ਇੰਨਾ ਮੋਹ ਕਿਉਂ ਸੀ? ਕਰੀਮੂ ਤੇ ਰਹੀਮ ਦੀ ਮਾਂ ਨੂੰ ਆਪਣੀਆਂ ਮੁਰਕੀਆਂ ਨਾਲ ਇੰਨਾ ਮੋਹ ਇਸ ਕਰਕੇ ਸੀ ਕਿਉਂਕਿ ਉਸਦੇ ਪਤੀ ਨੇ ਉਸ ਨੂੰ ਵਿਆਹ ਵੇਲੇ ਬਣਵਾ ਕੇ ਦਿੱਤੀਆਂ ਸਨ। ਜਦੋਂ ਜੂਏ ਵਿੱਚ ਉਹ ਸਭ ਕੁਝ ਹਾਰ ਗਿਆ ਸੀ ਤਾਂ ਬਹੁਤ ਔਖੇ ਦਿਨ ਆ ਗਏ ਸਨ, ਤਾਂ ਵੀ ਉਸਨੇ ਮੁਰਕੀਆਂ ਨਹੀਂ ਵੇਚੀਆਂ ਕਿਉਂਕਿ ਉਹ ਇਹ ਮੁਰਕੀਆਂ ਸਾਰੀ ਉਮਰ ਹੀ ਉਸਦੇ ਕੰਨਾਂ ਵਿੱਚ ਦੇਖਣੀਆਂ ਚਾਹੁੰਦਾ ਸੀ। ਇਸ ਕਰਕੇ ਹੀ ਕਰੀਮੂ ਤੇ ਰਹੀਮੂ ਦੀ ਮਾਂ ਦਾ ਆਪਣੀਆਂ ਮੁਰਕੀਆਂ ਨਾਲ ਆਪਣੇ ਪਤੀ ਦੀ ਹੋਣ ਜਿਹੜੀ ਪਤੀ ਦੀ ਯਾਦ ਵਜੋਂ ਉਹਨੂੰ ਭਾਵੁਕ ਹੋਣ ਦੇ ਜਿਹੜਾ ਭਾਵੁਕ ਸੰਬੰਧ ਹੋਣ ਕਰਕੇ ਹੀ ਇੰਨਾ ਮੋਹ ਸੀ। ਕਬਰ ਵਿੱਚ ਅਗਲਾ ਪ੍ਰਸ਼ਨ 7ਵਾਂ, ਕਬਰ ਵਿੱਚ ਮੇਰੇ ਨਾਲ ਦਵਾ ਦੇਣੀਆਂ ਮੇਰੀਆਂ ਮੁਰਕੀਆਂ ਤੁਹਾਡੇ ਅੱਬਾ ਦੀ ਯਾਦ। ਕਲਪਨਾ ਵਿੱਚ ਕਬਰ ਤੋਂ ਆਏ ਜਿਹੜੇ ਮਾਂ ਦੇ ਬੋਲਾਂ ਨੇ ਕਰੀਮੂ ਤੇ ਰਹੀਮ ਦੇ ਕੀ ਅਸਰ ਪਾਇਆ? ਮਾਂ ਦੇ ਇਹਨਾਂ ਬੋਲਾਂ ਨੇ ਕਰੀਮੂ ਤੇ ਰਹੀਮੂ ਦੇ ਮਨ ਉੱਤੇ ਡੂੰਘਾ ਅਸਰ ਪਾਇਆ ਅਤੇ ਉਹ ਉਸ ਜਿਹੜੀ ਦੋਵੇਂ ਭਾਵੇਂ ਭੁੱਖ ਨਾਲ ਬੇਹਾਲ ਸਨ, ਪਰ ਉਹਨਾਂ ਦੀ ਮਾਂ ਨੇ ਉਸ ਨੂੰ ਕਬਰ ਪੁੱਟਦੇ ਉਸ ਦੀਆਂ ਮੁਰਕੀਆਂ ਜਿਹੜੀਆਂ ਸੀ ਉਹ ਕੱਢਣ ਦਾ ਵਿਚਾਰ ਛੱਡ ਦਿੱਤਾ ਅਤੇ ਉਹ ਚੁੱਪਚਾਪ ਹੰਝੂ ਭਰੀਆਂ ਅੱਖਾਂ ਨਾਲ ਮੁੜ ਆਏ। ਮੁਰਕੀਆਂ ਕਹਾਣੀ ਦਾ ਲੇਖਕ ਕੌਣ ਹੈ? ਮੁਰਕੀਆਂ ਕਹਾਣੀ ਦਾ ਲੇਖਕ ਨਿਰੰਗ ਸਿੰਘ। ਵਸਤੂਨਿਸ਼ਟ ਪ੍ਰਸ਼ਨ ਆ ਗਏ ਹੁਣ। ਕਰੀਮੂ ਤੇ ਰਹੀਮੂ ਕਿਸ ਕਹਾਣੀ ਦੇ ਪਾਤਰ ਸਨ? ਕਰੀਮੂ ਤੇ ਰਹੀਮੂ ਮੁਰਕੀਆਂ ਕਹਾਣੀ ਦੇ ਪਾਤਰ ਸਨ। ਕਰੀਮੂ ਤੇ ਰਹੀਮੂ ਕਿਹੜੀ ਚੀਜ਼ ਦੀ ਖੇਡ ਖੇਡਦੇ ਸਨ? ਅਖਰੋਟ। ਬਿਮਾਰ ਮਾਂ ਕੀ ਮੰਗ ਕਰ ਰਹੀ ਸੀ? ਪਾਣੀ। ਕਰੀਮੂ ਤੇ ਰਹੀਮੂ ਦਾ ਬਿਮਾਰ ਮਾਂ ਪ੍ਰਤੀ ਕੀ ਰਵੱਈਆ ਸੀ? ਕਰੀਮੂ ਬੇਪਰਵਾਹ ਸੀ। ਪ੍ਰਸ਼ਨ ਨੰਬਰ 6, ਕਰੀਮੂ ਦੀ ਉਮਰ ਕਿੰਨੀ ਸੀ? 16 ਸਾਲ। ਪ੍ਰਸ਼ਨ ਨੰਬਰ 7, ਰਹੀਮੂ ਦੀ ਉਮਰ ਕਿੰਨੀ ਸੀ? ਉੱਤਰ ਹੈਗਾ ਦਾ 14 ਸਾਲ। ਪ੍ਰਸ਼ਨ ਨੰਬਰ 8, ਮਾਂ ਨੂੰ ਬਿਮਾਰ ਪਿਆ ਕਿੰਨਾ ਚਿਰ ਹੋ ਗਿਆ ਸੀ? ਉੱਤਰ ਮਹੀਨੇ ਤੋਂ ਉੱਪਰ। ਪ੍ਰਸ਼ਨ ਨੰਬਰ 9, ਬਿਮਾਰ ਮਾਂ ਦੇ ਇਲਾਜ ਲਈ ਡਾਕਟਰ ਜਾਂ ਹਕੀਮ ਕਿਉਂ ਨਹੀਂ ਸੀ ਬੁਲਾਇਆ ਗਿਆ? ਉੱਤਰ ਗਰੀਬੀ ਕਾਰਨ। ਪ੍ਰਸ਼ਨ ਨੰਬਰ 10, ਕਰੀਮੂ ਤੇ ਰਹੀਮੂ ਕਿਹੜੀ ਚੀਜ਼ ਤੋਂ ਲੈ ਕੇ ਸ਼ਿਕਾਰ ਖੇਡਣ ਜਾਂਦੇ? ਕਿਹੜੀ ਚੀਜ਼ ਲੈ ਕੇ? ਗੁਲੇਲਾਂ ਤੇ ਗੋਲੀਆਂ। ਪ੍ਰਸ਼ਨ ਨੰਬਰ 11, ਕਰੀਮੂ ਤੇ ਰਹੀਮੂ ਦੇ ਪਿਓ ਨੇ ਮੱਝਾਂ ਤੇ ਪੈਲੀਆਂ ਕਿਸ ਕੰਮ ਵਿੱਚ ਗਵਾਈਆਂ ਸਨ? ਉੱਤਰ ਹੈਗਾ ਦਾ ਜੂਏ ਵਿੱਚ। ਪ੍ਰਸ਼ਨ ਨੰਬਰ 12, ਪਿੰਡ ਵਿੱਚ ਜੇਕਰ ਕੋਈ ਚੋਰੀ ਹੁੰਦੀ ਤਾਂ ਲੋਕਾਂ ਦਾ ਪਹਿਲਾ ਜਿਹੜਾ ਸ਼ੱਕ ਸੀ ਉਹ ਕਿਸ ਉੱਤੇ ਜਾਂਦਾ? ਉੱਤਰ ਕਰੀਮੂ ਤੇ ਰਹੀਮੂ ਉੱਤੇ। ਕਰੀਮੂ ਤੇ ਰਹੀਮੂ ਦੇ ਪਿਤਾ ਨੂੰ ਖੇਡਣ ਦੀ ਆਦਤ ਸੀ? ਜੂਆ। ਪ੍ਰਸ਼ਨ ਨੰਬਰ 14, ਕਰੀਮੂ ਤੇ ਰਹੀਮੂ ਦਾ ਬਾਪ ਕਿਹੜੀ ਚੀਜ਼
ਹਮੇਸ਼ਾ ਉਹਨਾਂ ਦੀ ਮਾਂ ਦੇ ਕੰਨਾਂ ਵਿੱਚ ਵੇਖਣੀ ਚਾਹੁੰਦਾ ਸੀ? ਉੱਤਰ ਮੁਰਕੀਆਂ। ਪ੍ਰਸ਼ਨ ਨੰਬਰ 15, ਕਰੀਮੂ ਤੇ ਰਹੀਮੂ ਦੀ ਮਾਂ ਮੁਰਕੀਆਂ ਨੂੰ ਕਿਉਂ ਆਪਣੇ ਕੰਨਾਂ ਨਾਲੋਂ ਵੱਖ ਨਹੀਂ ਸੀ ਕਰਨਾ ਚਾਹੁੰਦੀ? ਉੱਤਰ ਉਹਨਾਂ ਦੇ ਅੱਬਾ ਦੀ ਯਾਦ ਵਜੋਂ। ਪ੍ਰਸ਼ਨ ਨੰਬਰ 16, ਰਾਤ ਦੀ ਖਾਮੋਸ਼ੀ ਵਿੱਚ ਕਿਸ ਦੀ ਆਵਾਜ਼ ਕਰੀਮ ਤੇ ਰਹੀਮੂ ਦੇ ਕੰਨ ਵਿੱਚ ਗੂੰਜੀ? ਉੱਤਰ ਮਾਂ ਦੀ। ਪ੍ਰਸ਼ਨ ਨੰਬਰ 17, ਕਿਹੜੀ ਗੱਲ ਨੇ ਕਰੀਮੂ ਤੇ ਰਹੀਮੂ ਦੀ ਮਾਂ ਜਿਹੜੀ ਨੂੰਹ ਮਾਂ ਦੀ ਕਬਰ ਪੁੱਟਣ ਦਾ ਰਾਹ ਚੁਣਨ ਲਈ ਮਜਬੂਰ ਕੀਤਾ? ਭੁੱਖ ਤੇ ਗਰੀਬੀ ਨੇ। ਇਹ ਸੀ ਆਪਣਾ ਜਿਹੜੇ ਕਹਾਣੀ ਮੁਰਕੀਆਂ ਨਿਰੰਗ ਸਿੰਘ ਦੀ ਲਿਖੀ ਹੋਈ। ਮੈਨੂੰ ਉਮੀਦ ਹੈ ਬੱਚਿਓ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਈ ਹੋਏਗੀ ਅਤੇ ਆਪਣੇ ਪ੍ਰਸ਼ਨ ਉੱਤਰ ਵੀ ਚੰਗੀ ਤਰ੍ਹਾਂ ਸਮਝ ਆਏ ਹੋਣਗੇ। ਧੰਨਵਾਦ।